कृपा करो दीन के दाते, मेरा गुण अवगुण ना विचारो कोई। माटी का क्या धोपै स्वामी, मानस की गत एही। जेता समुंद सागर नीर भरिया, तेते अवगुण हमारे। दया करो दया करो, दया करो किछ मेहर उपावो। डुब दे पत्थर तारे, जीअड़ा अगन बराबर तपै, भीतर वगै काती। प्रणवत नानक हुक्म पछाणै, सुख होवै दिन राती। प्रणवत नानक हुक्म पछाणै, सुख होवै दिन राती। वाहिगुरु जी का खालसा, वाहिगुरु जी की फतेह। परम सन्मानयोग सतगुरु धन धन साहिब श्री गुरु ग्रंथ साहिब महाराज जी, जिन्हां दी पावन अते पवित्र हजूरी अंदर रात्रि दे दीवाना विच हाजरियां भर के गुरबाणी पढ़ सुन के सत संगत करके अपना मनुखा जीवन सफला कर रहे अति सत्कारयोग गुरु सवारे सत संगी जनों, आओ सतगुरां दी किरपा दे सदका पावन बाणी दे शब्द कीर्तन आप जी ने बड़े ही प्यार ते सत्कार दे नाल श्रवण कीते ने। आओ निता प्रति दी तरह चली आ रही विचारधारा सिख रहत मर्यादा, जिहदी विचार आपां सारे जने मिल के पिछले समय तो लैके करते आ रहे हैं। आओ अगलेरे पलां नूं सारे जने मिल के विचारण का यतन करिए। कल दे जिहड़े नवें अध्याय की आरंभता हुई सी, अमृत संस्कार, अमृत छकाउण वाले ते अमृत छकन वाले किस तरह के होने चाहिए ने, वो आपां कल दे समय तो लैके विचारते आ रहे हैं। कल आपां विचार रहे सी कि जिन्ने अमृत छकना है वो बहुत छोटी अवस्था का ना होवे, होश संभाली होवे। अमृत छकन वाले हरेक प्राणी ने केसी इशनान किया होवे अति हर एक पंज ककार केस कृपान गात्रे वाली कशहरा कंगा कड़ा दा धारनी होवे। आपां कल समाप्ति की सी भी अन्न मत का कोई चिन्ह ना होवे,
ਜਦੋਂ ਉਹਨੇ ਅੰਮ੍ਰਿਤ ਛਕਣ ਵਾਸਤੇ ਪੰਜ ਪਿਆਰੇ ਸਾਹਿਬਾਨਾਂ ਦੇ ਕੋਲੋਂ ਦਾਤ ਲੈਣ ਵਾਸਤੇ ਜਾਣਾ ਹੈ, ਉਹਦੇ ਸਰੀਰ ਦੇ ਉੱਤੇ ਕਿਸੇ ਅੰਨ ਮਤ ਦਾ ਅਰਥ ਹੈ ਆਪਣੇ ਘਰ ਗੁਰੂ ਘਰ ਨੂੰ ਛੱਡ ਕੇ ਕਿਸੇ ਹੋਰ ਧਰਮ ਦਾ ਕੋਈ ਚਿੰਨ੍ਹ, ਕੱਲ ਵੀ ਬੇਨਤੀ ਕੀਤੀ ਸੀ, ਕੋਈ ਧਾਗਾ, ਕੋਈ ਤਵੀਤ ਕਿਸੇ ਤਰ੍ਹਾਂ ਦਾ ਨਾ ਪਾਇਆ ਹੋਵੇ। ਜੇ ਪਾਇਆ ਹੋਵੇ ਤੇ ਉੱਥੇ ਪੰਜ ਪਿਆਰੇ ਸਾਹਿਬਾਨ ਪਹਿਲਾਂ ਹੀ ਦੱਸ ਦਿੰਦੇ ਨੇ ਵੀ ਇਹ ਜੇ ਕਿਸੇ ਨੇ ਪਾਇਆ ਤੇ ਉਹ ਉਤਾਰ ਦਿਓ। ਜਦੋਂ ਕਿ ਇਹ ਸਾਰਾ ਕੁਝ ਸਿੱਖੀ ਦੇ ਜੀਵਨ ਦਾ ਨਹੀਂ, ਅਨਮਤ ਦਾ ਕੋਈ ਚਿੰਨ੍ਹ ਨਾ ਹੋਵੇ, ਸਿਰ ਨੰਗਾ ਜਾਂ ਟੋਪੀ ਨਾ ਹੋਵੇ, ਇਹ ਤਾਂ ਗੁਰੂ ਘਰ ਦੇ ਵਿੱਚ ਆਉਣ ਦੀ ਮਰਿਆਦਾ ਵੀ ਹੈ। ਵੈਸੇ ਵੀ ਜਿਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਆਉਣਾ ਹੈ, ਸੰਗਤ ਵਿੱਚ ਆਉਣਾ ਹੈ, ਪਿਛਲੇ ਸਮੇਂ ਆਪਾਂ ਵਿਚਾਰ ਵੀ ਚੁੱਕੇ ਹਾਂ ਕਿ ਉਹਨੇ ਟੋਪੀ ਵੀ ਨਾ ਸਿਰ ਤੇ ਪਾਈ ਹੋਵੇ ਤੇ ਉਹਦਾ ਸਿਰ ਵੀ ਨਾ ਨੰਗਾ ਹੋਵੇ। ਜਿਹੜਾ ਸਿੱਖ ਹੈ ਉਹਨੇ ਦਸਤਾਰ ਸਜਾ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਣਾ ਹੈ, ਤੇ ਜਿਹੜੇ ਕੇਸਾ ਧਾਰੀ ਨਹੀਂ ਉਹਨਾਂ ਨੇ ਵੀ ਆਪਣੇ ਸਿਰ ਨੂੰ ਚੰਗੀ ਤਰ੍ਹਾਂ ਢੱਕ ਕੇ ਫਿਰ ਆਉਣਾ ਹੈ, ਨਾ ਕਿ ਉਹਨਾਂ ਨੇ ਸਿਰ ਦੇ ਉੱਤੇ ਕੋਈ ਟੋਪੀ ਪਾਈ ਹੋਵੇ। ਛੇਦਣ ਵਾਲੇ ਛੇਦਣ ਗਹਿਣੇ ਕੋਈ ਨਾ ਹੋਣ। ਇਹ ਕੱਲ ਵੀ ਬੇਨਤੀ ਕੀਤੀ ਸੀ, ਜਿੱਦਾਂ ਨੱਕ ਛੇਦ ਕੇ ਵਿੱਚ ਕੋਕਾ ਪਾਇਆ ਹੁੰਦਾ, ਕੰਨ ਛੇਦ ਕੇ ਵਾਲੀਆਂ ਪਾਈਆਂ ਹੁੰਦੀਆਂ, ਤੇ ਜੇ ਕਿਸੇ ਨੇ ਪਾਈਆਂ ਵੀ ਹੋਣ ਤੇ ਉਸ ਵੇਲੇ ਪੰਜ ਪਿਆਰੇ ਸਾਹਿਬਾਨ ਹੁਕਮ ਕਰਕੇ ਇਹਨਾਂ ਨੂੰ ਉਤਾਰ ਦਿੰਦੇ ਨੇ। ਅਦਬ ਨਾਲ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਖੜੇ ਹੋਣ। ਕੌਣ? ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹਨਾਂ ਵਾਸਤੇ। ਅੱਗੇ ਹੈ, ਜੇ ਕਿਸੇ ਨੇ ਕੁਰੈਤ ਕਰਨ ਕਰਕੇ ਮੁੜ ਅੰਮ੍ਰਿਤ ਛਕਣਾ ਹੋਵੇ ਤਾਂ ਉਸ ਨੂੰ ਅੱਡ ਕਰਕੇ ਸੰਗਤ ਵਿੱਚ ਪੰਜ ਪਿਆਰੇ ਤਨਖਾਹ ਲਾ ਦੇਣ। ਮੰਨ ਲਓ ਕਿ ਕਿਸੇ ਨੇ ਪਹਿਲਾਂ ਅੰਮ੍ਰਿਤ ਛਕਿਆ ਤੇ ਅੰਮ੍ਰਿਤ ਛਕਣ ਤੋਂ ਬਾਅਦ ਦੇ ਵਿੱਚ ਉਹਦੇ ਕੋਲੋਂ ਕੋਈ ਕੁਰੈਤ ਹੋ ਗਈ ਹੈ, ਉਹਨੇ ਕੋਈ ਕੁਰੈਤ ਕਰ ਦਿੱਤੀ ਹੈ। ਭਾਵ ਕੁਰੈਤ ਕੀ ਹੈ? ਜੋ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਛਕਣ ਵੇਲੇ ਸਾਨੂੰ ਹੁਕਮ ਕਰਦੇ ਨੇ, ਰਹਿਤਾਂ ਦੱਸਦੇ ਨੇ, ਤੇ ਜੇਕਰ ਉਹਨਾਂ ਦੇ ਵਿੱਚੋਂ ਕੋਈ ਰਹਿਤ ਮਨੁੱਖ ਨਹੀਂ ਰੱਖ ਸਕਿਆ ਤੇ ਉਹਨੇ ਦੁਬਾਰਾ ਅੰਮ੍ਰਿਤ ਛਕਣਾ, ਨੂੰ ਪਤਾ ਮੇਰੇ ਕੋਲੋਂ ਇਹ ਭੁੱਲ ਹੋ ਗਈ ਹੈ, ਤੇ ਉਸੇ ਵੇਲੇ ਹੀ ਜਿਹੜੇ ਪੰਜ ਪਿਆਰੇ ਸਹਿਬਾਨ ਨੇ ਉਹ ਕੀ ਕਰਦੇ ਨੇ ਕਿ ਉਹਨਾਂ ਨੂੰ ਜਿਹੜੇ ਅੰਮ੍ਰਿਤ ਛਕਣ ਵਾਲੇ ਬਿਲਾਖੀ ਇਕੱਠੇ ਹੋਏ ਹੁੰਦੇ ਨੇ ਉਹਨਾਂ ਤੋਂ ਅਲੱਗ ਕਰ ਲੈਂਦੇ ਨੇ। ਅਲੱਗ ਕਰਨ ਤੋਂ ਬਾਅਦ ਕੀ ਹੁੰਦਾ ਹੈ, ਉਹਨਾਂ ਨੂੰ ਤਨਖਾਹ ਲਾਈ ਜਾਂਦੀ ਹੈ। ਤਨਖਾਹ ਅੱਗੇ ਉਹਨਾਂ ਦੀ ਤਨਖਾਹ ਹੈ ਕੀ ਹੈ? ਤਨਖਾਹ ਦਾ ਜਿਹੜਾ ਬਹੁਤਾ ਅਰਥ ਹੈ ਉਹ ਇਹ ਹੈ ਕਿ ਉਹਨੂੰ ਐਸੀ ਸੇਵਾ ਲਾ ਦਿੱਤੀ ਜਾਵੇ ਜਿਹੜੀ ਸੇਵਾ ਸਰੀਰ ਦੇ ਨਾਲ ਕਰੇ, ਉਹਨੂੰ ਤਨਖਾਹ ਕਿਹਾ ਜਾਂਦਾ ਗੁਰੂ ਘਰ ਦੇ ਵਿੱਚ। ਉਹਨੂੰ ਤਨਖਾਹ ਲਾ ਦਿੱਤੀ ਜਾਵੇ। ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਚੋਂ ਕੋਈ ਇੱਕ ਸੱਜਣ ਅੰਮ੍ਰਿਤ ਛਕਣ ਦੇ ਅਗਲਾਖੀਆਂ ਨੂੰ ਸਿੱਖ ਧਰਮ ਦੇ ਅਸੂਲ ਸਮਝਾਵੇ। ਇਹ ਨਾ ਹੁਣ ਵੇਖੋ, ਰਹਿਤ ਮਰਿਆਦਾ ਦੇ ਵਿੱਚੋਂ ਸਾਨੂੰ ਫਾਇਦਾ ਇਹ ਹੋਣਾ ਹੈ ਕਿ ਸਾਨੂੰ ਆਪਣੇ ਵਾਸਤੇ ਪਤਾ ਲੱਗ ਹੀ ਰਿਹਾ ਕਿ ਅਸੀਂ ਕੀ ਕਰਨਾ ਹੈ, ਕਿਹੋ ਜਿਹੇ ਬਣ ਕੇ ਗੁਰੂ ਦੇ ਕੋਲ ਆਉਣਾ ਹੈ, ਕਿਹੜੇ ਕਰਮ ਕਰਨੇ ਨੇ। ਤੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਇਹ ਵੀ ਗੱਲ ਦਾ ਪਤਾ ਲੱਗ ਰਿਹਾ ਕਿ ਉਹ ਪੰਜ ਪਿਆਰੇ ਸਾਹਿਬਾਨ ਕਿਹੜੀ ਮਰਿਆਦਾ ਦੇ ਧਾਰਨੀ ਹੁੰਦੇ। ਜਦੋਂ ਅੰਮ੍ਰਿਤ ਛਕਿਆ ਜਾਂਦਾ ਹੈ ਉਦੋਂ ਕਿਹੜੀ ਮਰਿਆਦਾ ਜਿਹੜੀ ਹੈ ਉਸ ਸਮੇਂ ਵਰਤਾਈ ਜਾਂਦੀ ਹੈ। ਪੰਜ ਪਿਆਰੇ ਸਾਹਿਬਾਨ ਕਿਹੜਾ ਕਿਹੜਾ ਸਾਨੂੰ ਹੁਕਮ ਕਰਦੇ ਨੇ, ਤੇ ਬੜੇ ਸੁਚੱਜੇ ਢੰਗ ਦੇ ਨਾਲ ਪੰਜ ਪਿਆਰੇ ਸਾਹਿਬਾਨ ਜਿਹੜੇ ਹੁੰਦੇ ਨੇ ਉਹਨਾਂ ਨੇ ਅੰਮ੍ਰਿਤ ਛਕਣ ਤੋਂ ਪਹਿਲਾਂ ਸਾਰੀ ਦੀ ਸਾਰੀ ਜਿਹੜੀ ਮਰਿਆਦਾ ਹੈ ਗੁਰੂ ਘਰ ਦੀ ਉਹ ਸਮਝਾਉਂਦੇ ਨੇ। ਸਿੱਖ ਧਰਮ ਵਿੱਚ ਕੀਰਤਨ ਦੀ ਪੂਜਾ ਤਿਆਗ ਕੇ ਇੱਕ ਕਰਤਾਰ ਦੀ ਪ੍ਰੇਮਾ ਭਗਤੀ ਇਹ ਉਪਾਸਨਾ ਦੱਸੀ ਹੈ। ਪੰਜ ਪਿਆਰੇ ਸਾਹਿਬਾਨ ਨੂੰ ਦੱਸਦੇ ਨੇ ਕਿ ਭਾਈ ਜੇਕਰ ਤੁਸੀਂ ਅੱਜ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਵਾਲੇ ਬਣਨ ਲੱਗੇ ਹੋ, ਤੁਹਾਡਾ ਜਨਮ ਗੁਰੂ ਘਰ ਦੇ ਵਿੱਚ ਹੋਣ ਲੱਗਿਆ ਤੇ ਇਸ ਘਰ ਦੇ ਵਿੱਚ ਬਾਹਰੀ ਤੌਰ ਤੇ ਬੁੱਤਾਂ ਦੀ ਪੂਜਾ ਨਹੀਂ ਕੀਤੀ ਜਾਂਦੀ। ਇੱਥੇ ਕੇਵਲ ਤੇ ਕੇਵਲ ਇੱਕੋ ਇੱਕ ਕਰਤਾਰ ਨਿਰੰਕਾਰ ਦੀ ਪੂਜਾ ਹੈ।
ਉਹਦੀ ਉਪਾਸਨਾ ਕੀਤੀ ਜਾਂਦੀ ਹੈ। ਇਸ ਦੀ ਪੂਰਨਤਾ ਲਈ ਗੁਰਬਾਣੀ ਦਾ ਅਭਿਆਸ, ਸਾਧ ਸੰਗਤ ਤੇ ਪੰਥ ਦੀ ਸੇਵਾ, ਇਹ ਕੀ ਹੈ? ਸਾਨੂੰ ਇਹ ਸਾਰੇ ਕਰਮ ਕਰਨ ਦੇ ਨਾਲ ਗੁਰੂ ਘਰ ਦੀ ਮਰਿਆਦਾ ਦਾ ਪਤਾ ਲੱਗਣਾ ਕਿੱਦਾਂ? ਸਭ ਤੋਂ ਪਹਿਲੀ ਗੱਲ ਹੈ ਕਿ ਗੁਰਬਾਣੀ ਦਾ ਅਭਿਆਸ ਕਰੇ। ਜਦੋਂ ਪਾਵਨ ਬਾਣੀ ਦਾ ਆਪਾਂ ਅਭਿਆਸ ਕਰਾਂਗੇ, ਬਾਣੀ ਨੂੰ ਪੜਾਂਗੇ, ਬਾਣੀ ਨੂੰ ਵਿਚਾਰਾਂਗੇ, ਵਿਚਾਰ ਕੇ ਜੀਵਨ ਵਿੱਚ ਵਸਾਵਾਂਗੇ, ਤੇ ਮਨੁੱਖ ਨੂੰ ਸਮਝ ਲੱਗਦੀ ਹੈ ਕਿ ਜਿਹੜਾ ਮੇਰਾ ਵਿਕਾਰੀ ਜੀਵਨ ਹੈ ਉਹ ਮੇਰੇ ਜੀਵਨ ਨੂੰ ਬਰਬਾਦ ਕਰਨ ਵਾਲਾ, ਕਿ ਜਦੋਂ ਮੈਂ ਗੁਰੂ ਘਰ ਦੇ ਵਿੱਚ ਆ ਜਾਣਾ, ਗੁਰੂ ਦੀ ਦੱਸੀ ਮਰਿਆਦਾ ਦੇ ਮੁਤਾਬਕ ਬਾਣੀ ਦਾ ਅਭਿਆਸ ਕਰਦਾ, ਕਿ ਉਦੋਂ ਮੈਨੂੰ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਫਿਰ ਕੀ ਕਰਨਾ? ਸਾਧ ਸੰਗਤ ਦੇ ਪੰਥ ਦੀ ਸੇਵਾ ਕਰੇ, ਉਪਕਾਰ, ਨਾਮ ਦਾ ਪ੍ਰੇਮ ਅਤੇ ਅੰਮ੍ਰਿਤ ਛਕ ਕੇ ਰਹਿਤ ਬੈਤ ਰੱਖਣਾ ਮੁੱਖ ਸਾਧਨ ਹਨ। ਰਹਿਤ ਬੈਤ ਕੀ ਹੈ? ਜੋ ਆਪਾਂ ਸਾਰੀ ਵਿਚਾਰਦੇ ਪਏ ਹਾਂ, ਉਹ ਰਹਿਤ ਦੇ ਵਿੱਚ ਰਹਿ ਕੇ ਜਦੋਂ ਅੰਮ੍ਰਿਤ ਛਕ ਲੈਣਾ, ਉਹ ਰਹਿਤ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਨਾ ਹੈ। ਕਿ ਤੁਸੀਂ ਇਸ ਧਰਮ ਨੂੰ ਖੁਸ਼ੀ ਨਾਲ ਕਬੂਲ ਕਰਦੇ ਹੋ? ਸਾਰੀ ਇਹ ਰਹਿਤ ਦੱਸ ਕੇ ਤੇ ਪੰਜ ਪਿਆਰੇ ਸਹਿਬਾਨਾਂ ਦੇ ਵਿੱਚੋਂ ਇੱਕ ਪਿਆਰਾ ਫਿਰ ਸਾਰੀ ਸੰਗਤ ਦੇ ਨਾਲ ਇਹ ਬਚਨ ਕਰਕੇ ਉਹਨਾਂ ਨੂੰ ਪੁੱਛਦੇ ਵੀ ਤੁਸੀਂ ਜਿਹੜੀ ਰਹਿਤ ਤੁਹਾਨੂੰ ਦੱਸੀ ਹੈ, ਕਿਸੇ ਦੇ ਮਨ ਦੇ ਵਿੱਚ ਕੋਈ ਸ਼ਿਕਵਾ ਹੋਵੇ, ਕਿਸੇ ਦੇ ਮਨ ਦੇ ਵਿੱਚ ਕੋਈ ਗਿਲਾ ਹੋਵੇ, ਜਾਂ ਮਨੁੱਖ ਜਿਹੜੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਅਸੂਲ ਨੇ ਉਹਨਾਂ ਨੂੰ ਪੂਰਨ ਨਾ ਕਰ ਸਕਦਾ ਹੋਵੇ, ਉਹ ਅੱਜ ਦੱਸ ਸਕਦਾ ਹੈ ਉਹ ਬਿਲਕੁਲ ਅੰਮ੍ਰਿਤ ਨਾ ਛਕੇ। ਜ਼ਬਰਦਸਤੀ ਨਹੀਂ ਹੈ ਕਿਸੇ ਦੇ ਨਾਲ ਵੀ ਤੁਸੀਂ ਅੰਮ੍ਰਿਤ ਛਕਣਾ ਹੀ ਛਕਣਾ। ਗੁਰੂ ਨਾਨਕ ਸਾਹਿਬ ਦੇ ਘਰ ਦੇ ਅਸੂਲ ਦੱਸੇ ਜਾਂਦੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ। ਜਿੱਦਣ ਇਹ ਘਰ ਆਰੰਭ ਕੀਤਾ ਸੀ ਨਾ, ਉਦੋਂ ਤੋਂ ਲੈ ਕੇ 10 ਗੁਰੂ ਸਾਹਿਬਾਨਾਂ ਦੇ ਤੱਕ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਵੀ ਤੁਸੀਂ ਸਾਡੇ ਧਰਮ ਦੇ ਵਿੱਚ ਆਓ, ਤੇ ਸਾਡਾ ਧਰਮ ਤਾਂ ਹੀ ਪ੍ਰਫੁੱਲਤ ਹੁੰਦਾ। ਬਾਕੀ ਧਰਮਾਂ ਦੇ ਵਿੱਚ ਕੋਈ ਧਰਮ ਦੁਨੀਆ ਦੇ ਅੰਦਰ ਨਹੀਂ ਬਚਿਆ ਜਿੱਥੇ ਜ਼ਬਰਦਸਤੀ ਧਰਮ ਨਾ ਥੋਪੇ ਜਾਂਦੇ ਹੋਣ, ਜਿੱਥੇ ਲਾਲਚ ਦੇ ਕੇ ਧਰਮ ਨਾ ਥੋਪੇ ਜਾਂਦੇ ਹੋਣ। ਆ ਤੁਸੀਂ ਦੇਖੋ ਅੱਜ ਵੀ ਪੰਜਾਬ ਦੀ ਧਰਤੀ ਦੇ ਉੱਤੇ ਲਾਲਚ ਦੇ ਕੇ ਕਈ ਜਿਹੜੇ ਗਰੀਬ ਪਰਿਵਾਰ ਨੇ ਉਹ ਆਪਣੇ ਧਰਮ ਛੱਡ ਕੇ ਅੱਜ ਈਸਾਈ ਧਰਮ ਨੂੰ ਪ੍ਰਵਾਨ ਕਰੀ ਜਾ ਰਹੇ ਨੇ, ਉਹਨਾਂ ਧਰਮ ਦੇ ਵਿੱਚ ਪ੍ਰਵੇਸ਼ ਕਰ ਰਹੇ ਨੇ। ਪਰ ਜਿਹੜਾ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਜੀਵਨ ਰਾਹ ਦੇ ਉੱਤੇ ਚੱਲਣ ਵਾਲਾ ਹੈ, ਉਹਦੀ ਬਾਹਰੀ ਤੌਰ ਤੇ ਆਰਥਿਕ ਪੱਖੋਂ ਭਾਵੇਂ ਕਿਸੇ ਵੀ ਤਰ੍ਹਾਂ ਦੀ ਅਵਸਥਾ ਹੋਵੇ, ਉਹ ਕਦੇ ਗੁਰੂ ਦੇ ਚਰਨ ਨਹੀਂ ਛੱਡਦਾ। ਭਾਵੇਂ ਅੱਤ ਦਾ ਗਰੀਬ ਕਿਉਂ ਨਾ ਹੋ ਜਾਏ, ਉਹ ਨਾਮ ਜਪ ਕੇ ਬਾਣੀ ਪੜ੍ਹ ਕੇ ਤੇ ਗੁਰੂ ਚਰਨਾਂ ਦੇ ਵਿੱਚ ਆਪਣੀ ਸੁਰਤ ਜੋੜ ਕੇ ਰੱਖਦਾ ਹੈ ਕਿ ਪਾਤਸ਼ਾਹ ਜਿਹੜੀ ਗਰੀਬੀ ਆ ਉਹ ਮੈਨੂੰ ਤੇਰੇ ਚਰਨਾਂ ਤੋਂ ਦੂਰ ਨਹੀਂ ਕਰ ਸਕਦੀ। ਤੁਸੀਂ ਵਿਚਾਰ ਕੇ ਦੇਖਿਓ ਦੁਨੀਆ ਦੇ ਵਿੱਚ ਅਜੇ ਕਿ ਜਿੰਨੀ ਸਿੱਖੀ ਇੱਕ ਗਰੀਬ ਕਮਾ ਲੈਂਦਾ ਹੈ ਨਾ, ਉਨੀ ਸਿੱਖੀ ਅਮੀਰਾਂ ਦੇ ਕੋਲ ਨਹੀਂ ਕਮਾਈ ਜਾਂਦੀ। ਜਿਹੜਾ ਗਰੀਬ ਹੈ ਨਾ, ਉਹਦੇ ਕੋਲ ਉਹਦੇ ਜੀਵਨ ਵਿੱਚ ਨਾ ਤੇ ਵਿਚਾਰੇ ਕੋਲ ਹੰਕਾਰ ਹੈ। ਹੰਕਾਰ ਕਿਹੜੀ ਗੱਲ ਦਾ? ਉਹਦੇ ਕੋਲ ਕੁਝ ਹੈ ਹੀ ਨਹੀਂ। ਉਹਨੂੰ ਪਤਾ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਨਾ ਹੈ ਤੇ ਆਹ ਕੁਝ ਹੀ ਖਾਣਾ, ਅਗਲੇ ਦਿਨ ਵਾਸਤੇ ਫਿਰ ਤਿਆਰੀ ਹੈ। ਉਹ ਜਿਹੜਾ ਇਸ ਤਰ੍ਹਾਂ ਦੇ ਜੀਵਨ ਵਾਲਾ ਹੈ, ਉਹ ਸੇਵਾ ਸਿਮਰਨ ਵਾਲਾ ਵੀ ਜ਼ਿਆਦਾ ਹੁੰਦਾ। ਤੁਸੀਂ ਦੁਨੀਆ ਅੰਦਰ ਝਾਤ ਮਾਰ ਕੇ ਦੇਖਿਓ, ਜਦੋਂ ਕਦੇ ਆਪਾਂ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਸਾਂਝਾ ਕਰਦੇ ਆ ਨਾ, ਉਦੋਂ ਮੈਂ ਇੱਕ ਬੇਨਤੀ ਕਰਦਾ ਹੁੰਨਾ ਕਿ ਜਿਹੜਾ ਆਮ ਮਨੁੱਖ ਹੈ, ਗਰੀਬ ਮਨੁੱਖ ਹੈ ਨਾ, ਉਹ ਕਿੰਨੇ ਕੁ ਪਾਪ ਕਰ ਸਕਦਾ ਦੁਨੀਆ ਦੇ ਅੰਦਰ। ਪੜ੍ਹਿਆ ਲਿਖਿਆ ਤੇ ਅਮੀਰ ਜਿਹੜਾ ਉਹ ਤੇ ਐਟਮ ਬੰਬ ਤਿਆਰ ਕਰੀ ਬੈਠਾ, ਗਰੀਬ ਕਿੰਨੇ ਕੁ ਪਾਪ ਕਰ ਸਕਦਾ। ਇਸ ਕਰਕੇ ਜਿਹਨੇ ਅੰਮ੍ਰਿਤ ਛਕਣਾ ਹੈ ਉਹਨੂੰ ਸਾਰਾ ਕੁਝ ਸਮਝ ਆ ਜਾਂਦਾ ਵੀ ਭਾਈ ਤੇਰੇ ਉੱਤੇ ਕੋਈ ਜ਼ਬਰਦਸਤੀ ਨਹੀਂ। ਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੀ ਵਿਚਾਰ ਹੈ, ਜੇ ਤੂੰ ਅਪਣਾ ਸਕਦਾ ਹੈ ਤੇ ਅੰਮ੍ਰਿਤ ਪਾਨ ਕਰ ਲੈ। ਜਿਹੜੀ ਬੇਨਤੀ ਕਰ ਰਿਹਾ ਸਾਂ, ਦੁਨੀਆ ਵਿੱਚ ਕੋਈ ਐਸਾ ਧਰਮ ਨਹੀਂ ਬਚਿਆ। ਲੋਕ ਆਪਣੇ ਧਰਮ ਦੀ ਗਿਣਤੀ ਵਧਾ ਰਹੇ ਨੇ ਵੀ ਸਾਡੇ ਧਰਮ ਦੀ ਗਿਣਤੀ ਵਧਣੀ ਚਾਹੀਦੀ ਹੈ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ ਮੈਂ ਗਿਣਤੀ ਨਹੀਂ ਗਿਣਨੀ, ਮੈਨੂੰ ਤਾਂ ਜੀਵਨ ਵਾਲੇ ਚਾਹੀਦੇ ਨੇ, ਜੀਵਨ ਵਾਲਾ ਹੋਵੇ ਤੇ ਇੱਕ ਹੀ ਮੇਰੇ ਪਿੱਛੇ ਆ ਜਾਏ, ਮੈਨੂੰ ਉਹ ਹੀ ਬੜਾ। ਮੈਂ ਗਿਣਤੀ ਦੁਨੀਆ ਨੂੰ ਨਹੀਂ ਦੱਸਣਾ ਵੀ ਆ ਦੇਖੋ ਜੀ ਮੇਰੇ ਪਿੱਛੇ ਇੰਨੀ ਦੁਨੀਆ ਲੱਗ ਗਈ। ਮੈਂ ਤੇ ਸੱਚ ਦੱਸਿਆ, ਜਿਹਨੂੰ ਸੱਚ ਪਸੰਦ ਹੋਵੇ ਉਹ ਮੇਰੇ ਪਿੱਛੇ ਦੱਸੇ ਹੋਏ ਜੀਵਨ ਮਾਰਗ ਉੱਤੇ ਚੱਲ ਸਕਦਾ ਹੈ। ਤੇ ਬਚਨ ਕਰ ਦਿੱਤੇ ਸਨ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤੜੀ ਗਲੀ ਮੇਰੀ ਆਵੋ, ਇਤ ਮਾਰਗ ਪੈਰ ਧਰੀ ਜੈ, ਸਿਰ ਦੀਜੈ ਕਾਣ ਨਾ ਕੀਜੈ। ਜਿਹਨੂੰ ਆ ਬਚਨ ਚੰਗੇ ਲੱਗੇ ਨੇ, ਜਿਹੜਾ ਆਪਣਾ ਸੀਸ ਤਲੀ ਉੱਤੇ ਰੱਖ ਸਕਦਾ ਹੈ, ਉਹ ਮੇਰੇ ਮਾਰਗ ਤੇ ਚੱਲ ਸਕਦਾ। ਉਹ ਮੇਰੇ ਪਿੱਛੇ ਆ ਜਾਓ, ਮੈਨੂੰ ਬਾਕੀਆਂ ਦੀ ਜ਼ਰੂਰਤ ਨਹੀਂ। ਜਿਨ੍ਹਾਂ ਨੂੰ ਸੱਚ ਪਿਆਰਾ ਸੀ, ਜਿਹੜੇ ਸੱਚ ਦੇ ਪਿਆਸੇ ਸਨ, ਉਹ ਭਾਵੇਂ ਕਿਸੇ ਦੂਸਰੇ ਧਰਮ ਦੇ ਨਾਲ ਸੰਬੰਧ ਰੱਖਦੇ ਸੀ, ਉਹਨਾਂ ਨੇ ਆਪਣਾ ਸਾਰਾ ਕੁਝ ਛੱਡ ਕੇ ਤਿਆਗ ਕੇ ਉਹ ਸੱਚ ਦੇ ਨਾਲ, ਭਾਵ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਉਹਨਾਂ ਦੀ ਬਣ ਆ ਗਈ। ਕਿਉਂਕਿ ਮਨ ਨੂੰ ਸੱਚ ਦੀ ਪਿਆਸ ਸੀ, ਤੇ ਜਿਨ੍ਹਾਂ ਨੂੰ ਸੱਚ ਚੰਗਾ ਨਹੀਂ ਸੀ ਲੱਗਦਾ, ਉਹ ਭਾਵੇਂ ਵੱਡੇ ਵੱਡੇ ਰਾਜੇ ਵੀ ਕਿਉਂ ਨਾ ਹੋਣ, ਉਹਨਾਂ ਨੇ ਵੀ ਕਿਹਾ ਵੀ ਨਹੀਂ, ਜੇ ਸੱਚ ਬੋਲ ਦਿੱਤਾ, ਸੱਚ ਹੀ ਬੋਲਣ ਲੱਗ ਪਏ, ਤੇ ਫਿਰ ਦੁਨੀਆ ਅੰਦਰ ਥੋੜਾ ਵਿਚਰ ਸਕਦੇ ਹਾਂ। ਸੱਚ ਦਾ ਤੇ ਰਾਹ ਇੱਕ ਵੱਖਰਾ ਹੈ ਨਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਵੱਖਰਾ ਰਾਹ ਬਣਾ ਕੇ ਸਾਨੂੰ ਤੋਰਿਆ ਵੀ ਸੱਚ ਦੇ ਚੱਲਣ ਵਾਲਾ ਰਾਹ ਆ। ਇੱਥੇ ਗਰੀਬ ਵੀ ਚੱਲ ਸਕਦਾ, ਇੱਥੇ ਅਮੀਰ ਵੀ ਚੱਲ ਸਕਦਾ ਹੈ, ਇੱਥੇ ਕਿਸੇ ਜਾਤ ਦੇ ਕਿਸੇ ਮਨੁੱਖ ਨੂੰ ਕੋਈ ਮਨਾਹੀ ਨਹੀਂ। ਫਿਰ ਇਹ ਜਿਹੜਾ ਰਾਹ ਹੈ ਨਾ, ਜਿਹੜਾ ਇਹ ਰਾਹ ਤੇ ਚੱਲੇਗਾ, ਉਹਨੂੰ ਕੋਈ ਚੋਰ ਨਹੀਂ ਲੁੱਟ ਸਕਦਾ, ਉਹਦਾ ਕੋਈ ਕਤਲ ਨਹੀਂ ਕਰ ਸਕਦਾ। ਜਿਹੜਾ ਸੱਚ ਦੇ ਮਾਰਗ ਦੇ ਉੱਤੇ ਚੱਲਿਆ, ਜਿਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰਾਹ ਬਣਾ ਲਏ। ਔਰ ਤੀਜਾ ਬਚਨ ਕੀਤਾ, ਜਿਹੜਾ ਇਹ ਰਾਹ ਤੇ ਚੱਲੇਗਾ, ਇਹ ਰੱਬ ਨੂੰ ਪਾਉਣ ਦਾ ਸਭ ਤੋਂ ਨਜ਼ਦੀਕੀ ਦਾ ਰਾਹ ਹੈ। ਨਜ਼ਦੀਕੀ ਦਾ ਰਾਹ ਕਿੰਨਾ ਹੈ? ਗੁਰੂ ਨਾਨਕ ਸਾਹਿਬ ਨੇ ਨਹੀਂ ਦੱਸਿਆ ਕਿ ਤੁਸੀਂ ਆਹ ਪੂਜਾ ਕਰਨੀ ਹੈ, ਆਹ ਕਰਮ ਕਰੋ, ਇੱਦਾਂ ਵਰਤ ਰੱਖੋ, ਆਹ ਤਿਲਕ ਲਾਓ, ਇੱਦਾਂ ਕਰੋ ਤਾਂ ਤੁਸੀਂ ਰੱਬ ਨੂੰ। ਗੁਰੂ ਸਾਹਿਬ ਨੇ ਕਿਹਾ ਨਹੀਂ, ਬਿਲਕੁਲ ਨਹੀਂ। ਆਹ ਬਾਣੀ ਤੁਹਾਨੂੰ ਦਿੱਤੀ ਹੈ, ਜਿਹੜਾ ਬਾਣੀ ਨੂੰ ਪੜ੍ਹ ਕੇ ਜੀਵਨ 'ਚ ਵਸਾਲੇਗਾ, ਉਹ ਰੱਬ ਦੀ ਪ੍ਰਾਪਤੀ ਕਰ ਸਕਦਾ ਹੈ। ਬਿਲਕੁਲ ਆਸਾਨ ਰਾਹ। ਵਿਕਾਰ ਤਿਆਗਣ ਵਾਸਤੇ, ਨਸ਼ੇ ਤਿਆਗਣ ਵਾਸਤੇ ਗੁਰੂ ਸਾਹਿਬ ਜੀ ਨੇ ਪ੍ਰੇਰਿਤ ਕੀਤਾ। ਗੁਰੂ ਸਾਹਿਬ ਨੇ ਕਿਹਾ ਜਿਹੜਾ ਪਰਿਵਾਰ ਤਿਆਗ ਦੇਗਾ, ਉਹ ਨਹੀਂ ਰੱਬ ਨੂੰ ਪਾ ਸਕਦਾ। ਸਿੱਧਾ ਜੋਗੀਆਂ ਦੇ ਕੋਲ ਹੀ ਜਾ ਕੇ ਕਿਹਾ ਸੀ ਕਿ ਤੁਸੀਂ ਘਰ ਬਾਹਰ ਧੀਆਂ ਪੁੱਤਰ ਮਾਤਾ ਪਿਤਾ ਛੱਡ ਕੇ ਜੰਗਲਾਂ ਵਿੱਚ ਬੈਠੇ ਹੋ, ਤੁਹਾਡੇ ਵਰਗੇ ਜੋਗੀਆਂ ਨੇ ਤੇ ਦੁਨੀਆ ਦੀ ਸੰਸਾਰ ਦੀ ਸੰਭਾਲ ਕਰਨੀ ਸੀ, ਤੇ ਤੁਸੀਂ ਇੱਥੇ ਜੰਗਲਾਂ ਵਿੱਚ ਰਹਿ ਕੇ ਤੇ ਦਾਰੂ ਪੀ ਕੇ ਵਿੱਚ ਆਪਣੇ ਵਿੱਚ ਮਸਤ ਹੋ। ਤੁਹਾਨੂੰ ਦੁਨੀਆ ਦਾ ਚੇਤਾ ਹੀ ਭੁੱਲ ਗਿਆ ਕਿ ਦੁਨੀਆ ਚੀਜ਼ ਕੀ ਸੀ। ਇਹ ਰੱਬ ਦਾ ਰਾਹ ਨਹੀਂ। ਹੁਣ ਬਹੁਤ ਵੱਡੀ ਵਿਚਾਰ ਸੀ ਉਦੋਂ ਦੇ ਜਿਹੜੇ ਸਿੱਧ ਲੋਕ ਸਨ, ਉਹ ਆਪਣੇ ਆਪ ਨੂੰ ਤਾਂ ਸਮਝਦੇ ਸੀ ਰੱਬ ਵੀ ਕੀ ਚੀਜ਼ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 3 ਮੀਟਿੰਗਾਂ ਉਹਨਾਂ ਦੇ ਨਾਲ ਕੀਤੀਆਂ ਤੇ ਉਹਨਾਂ ਨੂੰ ਸੱਚ ਸਮਝਾਇਆ। ਸੋ 5 ਪਿਆਰੇ ਸਾਹਿਬਾਨ ਇਹ ਸਾਰੀ ਰਹਿਤ ਬੈਠ ਦੱਸ ਕੇ ਫਿਰ ਕਹਿੰਦੇ, ਭਾਈ ਜੇ ਤੁਸੀਂ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ, ਇਹਨਾਂ ਚੀਜ਼ਾਂ ਨੂੰ ਜੀਵਨ ਵਿੱਚ ਵਸਾ ਸਕਦੇ ਹੋ, ਤੇ ਅੰਮ੍ਰਿਤ ਪਾਨ ਕਰ ਲਵੋ। ਅੱਛਾ, ਉਦੋਂ ਆਪਾਂ ਸਾਰਿਆਂ ਨੇ ਕਹਿ ਦਿੱਤਾ 5 ਪਿਆਰੇ ਸਾਹਿਬਾਨਾਂ ਨੂੰ, ਜਿਹੜੇ ਉਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਰੂਪ ਨੇ। ਧਿਆਨ ਦਿਓ ਸਾਰੇ, ਖਾਸ ਕਰਕੇ ਜਿਹੜੇ ਅੰਮ੍ਰਿਤ ਛਕਿਆ। ਅਸੀਂ ਉਹਨਾਂ ਦੇ ਸਾਹਮਣੇ 5 ਪਿਆਰੇ ਸਾਹਿਬਾਨਾਂ ਦੇ ਸਾਹਮਣੇ ਕਹਿਤਾ ਵੀ ਠੀਕ ਹੈ, ਜੋ ਤੁਸੀਂ ਕਿਹਾ ਸਾਨੂੰ ਉਹ ਪ੍ਰਵਾਨ ਹੈ। ਕੀ ਪ੍ਰਵਾਨ ਹੈ? ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾਂ ਕਿਸੇ ਦੇ ਪੁਜਾਰੀ ਨਹੀਂ ਬਣਾਂਗੇ। ਅਸੀਂ ਥੜਿਆਂ ਨੂੰ, ਅਸੀਂ ਮਸੀਤਾਂ ਨੂੰ ਮੱਥੇ ਨਹੀਂ ਟੇਕਾਂਗੇ। ਦੱਸਿਆ ਨਾ ਸਾਰਾ ਕੋਈ ਪਿੱਛੇ ਆ ਗਿਆ ਵਿੱਚ। ਅਸੀਂ ਕਦੇ ਗੁੱਟਾਂ ਤੇ ਧਾਗੇ ਨਹੀਂ ਬੰਨਾਂਗੇ, ਅਸੀਂ ਕਦੇ ਮੱਥੇ ਤੇ ਤਿਲਕ ਨਹੀਂ ਲਾਵਾਂਗੇ, ਅਸੀਂ ਅਨ ਮਤ ਦੇ ਤਿਉਹਾਰ ਨਹੀਂ ਮਨਾਵਾਂਗੇ, ਅਸੀਂ ਗੁਰੂ ਸਾਹਿਬ ਜੀ ਦੀ ਸ਼ਰਨ ਛੱਡ ਕੇ ਦੂਜੇ ਪਾਸੇ ਨਹੀਂ ਜਾਵਾਂਗੇ, ਸਾਨੂੰ ਅੰਮ੍ਰਿਤ ਦੀ ਦਾਤ ਦੇ ਦਿਓ। ਕਿੰਨਿਆਂ ਨੇ ਪੁਗਾਈ। ਕੱਲ ਵੀ ਇੱਥੇ ਆਪਾਂ ਸਮਾਪਤੀ ਕੀਤੀ। ਬੇਨਤੀ ਮੈਂ ਕਰ ਰਿਹਾ, ਜਿਨ੍ਹਾਂ ਨੇ ਅਜੇ ਅੰਮ੍ਰਿਤ ਛਕਿਆ ਹੁੰਦਾ ਹੈ ਨਾ, ਤੇ ਕਿਰਪਾਨ ਵੀ ਪਾਈ ਹੁੰਦੀ ਹੈ, ਸਗੋਂ ਟੌਰ ਨਾਲ ਵਾਧੂ ਧਾਗੇ ਬਣ ਕੇ ਦੂਜਿਆਂ ਨੂੰ ਦਿਖਾਉਂਦੇ ਵੀ ਆ ਦੇਖੋ।
कित्थे गए वो बचन जदों पंज प्यारे साहिबान ने कहा भी भाई आ काम नहीं करना, तुसीं गुट्टां दे धागे नहीं बन्नने, पर अज बन रहा है। किरपान जिन्हें पाई वो भी बन रहा, दूजे नालों ज़्यादा बन रहा। हो सकता है किसी दूजे को समझ लग गई हो, जिन्हें अमृतपान ना किया हो, उन्होंने समझ लग गई हो तो कहता भी ना भाई ये भी कोई काम है, धागे बनने नाल की हो जाना। ये की है आप नाम तरीक अमृत छक, गुस्सा ना करो मेरी गल का, रहत मर्यादा के सारा कुछ बाहर नहीं जाना। ये की है नाम तरीक अमृत छक लिया। मैं तो बेनती करदा पंजाब दे विच ना कोई जानकारी देखो, जिन्नियां बाबियां ने लिस्टां तैयार कीतियां ना लखां दी गिनती विच, लखां दी गिनती विच उन्होंने लिस्टां तैयार कीतियां भी इन्नियां पुराणियां नूं असीं जहाजे चढ़ा दिता, अमृत छका दिता, ते उन्नी पंजाब च सिखां दी गिनती कोई नहीं जिन्हां नूं अमृत छकाता। कारण की है, एक एक ने 4-4 वारी 5-5 वारी अमृत छके हुए, क्यों लिस्टां विच ना जिहड़े चढ़ी जा रहे हैं, भावें जी ने चौथी वारी है, भावें किसी ने 5वीं वारी है। हुण मान लो कि 100 प्राणी अमृत छकण वास्ते है, 100 के विचों 50-60 जिहड़े ने उन्होंने तो किसी ने दूजी वारी, किसी ने तीजी वारी, किसी ने चौथी वारी छकना। आ तरीके नाल गिनती वधा दी दुनिया नूं दस्सण वास्ते। गुरु नानक साहब ने महाराज ने कहा सी मैनू गिनती नहीं चाहिए, मैनू जीवन वाला चाहिए, जे कोई है तो आ जाओ। पर असी नाम तरीक अमृत छक लिया कि दुनिया देख के कहे कि आ मनुख अमृतधारी है। कुरैत कोई भी जिहड़ा कर रहा है वो कुरैत ही कुरैत है। ਜਿਹੜੇ ਪੰਜ ਪਿਆਰੇ ਸਾਹਿਬਾਨਾਂ ਨਾਲ ਬਚਨ ਕੀਤੇ ਨੇ, ਉਹਨਾਂ ਬਚਨਾਂ ਨੂੰ ਭੁੱਲ ਕੇ ਅਸੀਂ ਦੁਨੀਆ ਦੇ ਅੰਦਰ ਕੁਰੈਤਾਂ ਵਿਕਾਰ ਕਮਾਉਂਦੇ ਹਾਂ। ਦਾ ਜਵਾਬ ਆਉਣ ਤੇ ਪਿਆਰਿਆਂ ਚੋਂ ਇੱਕ ਸੱਜਣ ਅੰਮ੍ਰਿਤ ਦੀ ਤਿਆਰੀ ਦਾ ਅਰਦਾਸਾ ਕਰਕੇ ਹੁਕਮ ਲਵੇ। ਬਿਲਕੁਲ ਇਸੇ ਤਰ੍ਹਾਂ ਕੀਤਾ ਜਾਂਦਾ ਹੈ, ਸਾਰੀ ਸੰਗਤ ਦੇ ਨਾਲ ਬਚਨ ਕਰਕੇ ਜਦੋਂ ਸਭਨਾਂ ਦੀ ਹਾਂ ਹੋ ਜਾਂਦੀ ਹੈ, ਜੇ ਕਿਸੇ ਦੇ ਮਨ ਦੇ ਵਿੱਚ ਕੋਈ ਸ਼ੰਕਾ ਹੁੰਦਾ ਹੈ, वो गुरमुख जिन्हों कितने पता गुरु नानक साहब के घर का, कि वो कोई सवाल कर भी देता कि भाई मेरे जीवन में आ कमी है या मैं इदा किया होया दुनिया के, उन्होंने फिर वक्रे तरीके नाल पंज प्यारे साहबान समझाते भाई इनू आ कुछ करना पैदा नहीं जी, आप कहने भी छक लो इन्होंने भी पता। उदों उन्होंने आप धन गुरु गोबिंद सिंह महाराज का रूप समझना कि घट घट के अंतर की जान के साडे अंदर दियां जान वाले ने। एक सज्जन अरदास करे अते हुक्म लवे, पंज प्यारे अमृत तैयार करन लई बाटे दे पास आ बैठन। हुक्मनामा हुंदा है कि पंज प्यारे साहबान जिहड़े तैयार पंज प्यारे सिंह साहबान ने, वो अमृत वाले बाटे दे चारे पासे आके बह जांदे ने। बाटा सर्ब लोह दा होवे, जिहड़े बाटे विच अमृत तैयार किया जाता वो सर्ब लोह दा बाटा हुंदा। चौंकी सुनहरे आदि जिहां किसी सवश चीज़ उपर रखिया होवे, जिथे वो बाटे नूं रखिया जाता है, वो चौंकी जिहड़ी है, कई बार तुसीं देखियो पंज प्यारे साहबान सर अपने नाल सारा कुछ लैके आए सी, उन्होंने अपनी लहर जिहड़ी है वो वक्रे तरीके नाल रखी हुई है, ते उसदे उपर जिहड़ा बाटा है अमृत वाला रखिया जाए। बाटे विच सवश जल ते पतासे पाए जान, ते पंज प्यारे बाटे दे इर्द गिर्द वीर आसन हो के बैठ जान। जिहड़े पंज प्यारे साहबान ने जो अमृत छकांदे ने उन्होंने वीर आसन लगाया हुंदा। वीर आसन की है? सज्जा गोडा जीमी ते धर के, सज्जी लत्त दा भार पैर ते रख के बैठना, ते खब्बा गोडा उच्चा करके रखना, इनू वीर आसन कहा जाता। ते ये वीर आसन ला के पंज प्यारे साहबान जिहड़े ने उस वेले बाटे दे इर्द गिर्द बैठते ने, ते इन्हां बाणियां दा पाठ करन, जिहड़ियां अमृत वेले अमृत तैयार करन वेले बाणियां पढ़ियां जांदियां। जप जाप सवैये सरावग शुद्ध समूह सिधान वाले, ये सवैये बेनती चौपाई हमरी करो हाथ दे, रक्षा तो लैके दुष्ट दुख के लियो बचाई तक। आनंद साहब जी का पूरा पाठ, ये पंज बाणियां जिहड़ियां अमृत तैयार करन वेले पढ़ियां जांदियां,
ਤੇ ਇਹੀ ਪੰਜ ਬਾਣੀਆਂ ਜਿਹੜੀਆਂ ਨੇ ਉਹ ਅੰਮ੍ਰਿਤ ਵੇਲੇ ਦੇ ਦੀਵਾਨ ਜਦੋਂ ਆਰੰਭ ਹੁੰਦੇ ਨੇ, ਸਭ ਤੋਂ ਪਹਿਲਾਂ ਇਹ ਪੰਜ ਬਾਣੀਆਂ ਪੜ੍ਹੀਆਂ ਜਾਂਦੀਆਂ। ਇਹ ਪੰਜੇ ਬਾਣੀਆਂ ਸਿੱਖ ਦਾ ਨਿਤਨੇਮ ਵੀ ਨੇ ਤੇ ਅੰਮ੍ਰਿਤ ਛਕਣ, ਅੰਮ੍ਰਿਤ ਤਿਆਰ ਕਰਨ ਵੇਲੇ ਵੀ ਇਹ ਬਾਣੀਆਂ ਦਾ ਜਾਪ ਕੀਤਾ ਜਾਂਦਾ ਹੈ। ਹਰ ਇੱਕ ਬਾਣੀ ਪੜਨ ਵਾਲਾ ਖੱਬਾ ਹੱਥ ਬਾਟੇ ਦੇ ਕੰਢੇ ਤੇ ਧਰੇ ਤੇ ਸੱਜੇ ਹੱਥ ਦੇ ਨਾਲ ਖੰਡਾ ਜਲ ਵਿੱਚ ਫੇਰੀ ਜਾਵੇ। ਜਿਹੜਾ ਨੇ ਅੰਮ੍ਰਿਤ ਛਕਿਆ ਉਹਨੂੰ ਇਹ ਗੱਲ ਦਾ ਪਤਾ ਹੈ ਕਿ ਇੱਕ ਇੱਕ ਪਿਆਰਾ ਕਰਕੇ ਇੱਕ ਇੱਕ ਬਾਣੀ ਦਾ ਪਾਠ ਕਰਦਾ ਹੈ ਤੇ ਉਹਨੇ ਆਪਣਾ ਖੱਬਾ ਹੱਥ ਜਿਹੜਾ ਐਵੇਂ ਬਾਟੇ ਦੇ ਕੰਢੇ ਉੱਤੇ ਰੱਖਿਆ ਹੁੰਦਾ ਹੈ ਤੇ ਸੱਜੇ ਹੱਥ ਦੇ ਨਾਲ ਆਸਣ ਵੀਰ ਆਸਣ ਹੀ ਲੱਗਿਆ ਹੁੰਦਾ ਹੈ ਤੇ ਉਹ ਖੰਡਾ ਜਿਹੜਾ ਉਹ ਜਲ ਦੇ ਵਿੱਚ ਫੇਰਿਆ ਜਾਂਦਾ ਤੇ ਆਪਣੀ ਰਸਨਾ ਤੋਂ ਬਾਣੀ ਉਚਾਰਨ ਕੀਤੀ ਜਾਂਦੀ ਹੈ। ਸੁਰਤ ਇਕਾਗਰ ਹੋਵੇ, ਆਪਣੀ ਸੁਰਤ ਨੂੰ ਇਕਾਗਰ ਕੀਤਾ ਹੁੰਦਾ ਹੈ। ਬਾਕੀ ਧਿਆਨ ਦੇ ਦੋਵੇਂ ਹੱਥ ਬਾਟੇ ਦੇ ਕੰਢੇ ਤੇ ਧਿਆਨ ਅੰਮ੍ਰਿਤ ਵੱਲ ਟਿਕੇ। ਜਿਹੜੇ ਬਾਕੀ ਚਾਰ ਪਿਆਰੇ ਨੇ ਉਹਨਾਂ ਦੇ ਦੋਨੇ ਹੱਥ ਬਾਟੇ ਉੱਤੇ ਹੁੰਦੇ ਨੇ ਤੇ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਉਸ ਵੇਲੇ ਕੇਵਲ ਅੰਮ੍ਰਿਤ ਦੇ ਵਿੱਚ ਹੁੰਦੀਆਂ ਤੇ ਸੁਰਤ ਜਿਹੜੀ ਹੈ ਉਹ ਇੱਕ ਨਿਰੰਕਾਰ ਦੇ ਚਰਨਾਂ ਦੇ ਵਿੱਚ ਇਕਾਗਰ ਹੋਈ ਹੁੰਦੀ ਹੈ। ਪਾਠ ਹੋਣ ਮੰਗਰੋਂ ਪਿਆਰਿਆਂ ਵਿੱਚੋਂ ਕੋਈ ਇੱਕ ਅਰਦਾਸ ਕਰੇ। ਜਿਸ ਅਬਲਾਖੀ ਨੇ ਅੰਮ੍ਰਿਤ ਦੀ ਤਿਆਰੀ ਵੇਲੇ ਸਾਰੇ ਸੰਸਕਾਰ 'ਚ ਹਿੱਸਾ ਲਿਆ ਹੈ, ਉਹੀ ਅੰਮ੍ਰਿਤ ਛਕਣ ਵਿੱਚ ਸ਼ਾਮਲ ਹੋ ਸਕਦਾ ਹੈ। ਅੱਧ ਵਾਟੇ ਆਉਣ ਵਾਲਾ ਨਹੀਂ ਹੋ ਸਕਦਾ। ਜਿਹਨੇ ਸਾਰੀ ਮਰਿਆਦਾ ਜਿਹੜੀ ਹੈ, ਜੋ ਕੁਝ ਵੀ ਉਸ ਵੇਲੇ ਪੰਜ ਪਿਆਰੇ ਸਾਹਿਬਾਨ ਦੱਸਦੇ ਨੇ, ਜਿਨਨੇ ਉਹ ਸਰਵਣ ਕੀਤਾ ਉਹ ਅੰਮ੍ਰਿਤ ਛਕ ਸਕਦਾ ਹੈ। ਇਹ ਨਹੀਂ ਕਿ ਬਾਣੀਆਂ ਵੀ ਅੱਧੀਆਂ ਪੜੀਆਂ ਗਈਆਂ ਤੇ ਫਿਰ ਮੇਰੇ ਵਰਗਾ ਆ ਕੇ ਵਿੱਚ ਰਲ ਜੇ ਵੀ ਮੈਂ ਵੀ ਅੰਮ੍ਰਿਤ ਛਕਣਾ, ਉਹਨੂੰ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਨਹੀਂ ਛਕਾਉਂਦੇ। ਤਾਂ ਸਾਰੇ ਦਰਵਾਜ਼ੇ ਜਿਹੜੇ ਨੇ ਉਹ ਬੰਦ ਕਰ ਲਏ ਜਾਂਦੇ ਨੇ। ਉਸ ਥਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਬਾਹਰ ਤੋਂ ਕੋਈ ਮਨੁੱਖ ਜਿਹੜਾ ਉਹ ਨਹੀਂ ਆ ਸਕਦਾ। ਇੱਕ ਪਹਿਰੇਦਾਰ ਜਿਹੜਾ ਹੈ ਉਹ ਵੱਖਰੇ ਤੌਰ ਤੇ ਖਿਲਾਰਿਆ ਜਾਂਦਾ ਵੀ ਇਸ ਦੇ ਜਦੋਂ ਰਹਿਤ ਮਰਿਆਦਾ ਸੁਣਾਉਣ ਦੀ ਰਮਤਾ ਹੋ ਜਾਂਦੀ ਹੈ ਉਸ ਤੋਂ ਬਾਅਦ ਕੋਈ ਮਨੁੱਖ ਜਿਹੜਾ ਉਹ ਅੰਦਰ ਨਾ ਆ ਸਕੇ। ਹੁਣ ਸ਼੍ਰੀ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ ਧਿਆਨ ਧਰ ਕੇ ਹਰ ਇੱਕ ਅੰਮ੍ਰਿਤ ਛਕਣ ਵਾਲੇ ਨੂੰ ਵੀਰ ਆਸਨ ਕਰਾ ਕੇ ਉਸ ਦੇ ਖੱਬੇ ਹੱਥ ਉੱਪਰ ਸੱਜਾ ਹੱਥ ਰੱਖ ਕੇ ਪੰਜ ਚੂਲੇ ਅੰਮ੍ਰਿਤ ਦੇ ਛਕਾਏ ਜਾਣ ਅਤੇ ਹਰ ਚੂਲੇ ਦੇ ਨਾਲ ਇਹ ਕਿਹਾ ਜਾਵੇ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਜਿਹੜਾ ਨੇ ਅੰਮ੍ਰਿਤ ਛਕਿਆ ਉਹਨੂੰ ਇਹ ਗੱਲ ਦਾ ਪਤਾ ਹੈ ਕਿ ਜਦੋਂ ਆਪਾਂ ਅੰਮ੍ਰਿਤ ਛਕਦੇ ਹਾਂ ਤੇ ਖੱਬੇ ਹੱਥ ਦੇ ਉੱਤੇ ਸੱਜਾ ਹੱਥ ਰਖਾ ਕੇ ਪੰਜ ਪਿਆਰੇ ਸਾਹਿਬਾਨ ਫਿਰ ਪੰਜ ਅੰਮ੍ਰਿਤ ਦੇ ਚੂਲੇ ਜਿਹੜੇ ਨੇ ਉਹ ਸਾਨੂੰ ਛਕਾਉਂਦੇ ਨੇ ਤੇ ਛਕਾਉਣ ਤੋਂ ਪਹਿਲਾਂ ਦੱਸ ਦਿੰਦੇ ਨੇ, ਭਾਈ ਤੂੰ ਪਿੱਛੇ ਪਿੱਛੇ ਸਾਡੇ ਬੋਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜਿਹੜਾ ਅੰਮ੍ਰਿਤ ਛਕਣ ਵਾਲਾ ਬਲਾਖੀ ਹੈ ਉਹਨਾਂ ਦੇ ਪਿੱਛੇ ਪਿੱਛੇ ਫਤਿਹ ਬੁਲਾਉਂਦਾ ਜਾਂਦਾ ਹੈ। ਫਿਰ ਪੰਜ ਛਿੱਟੇ ਅੰਮ੍ਰਿਤ ਦੇ ਨੇਤਰਾਂ ਪਰ ਲਾਏ ਜਾਣ, ਫਿਰ ਪੰਜ ਛਿੱਟੇ ਕੇਸਾਂ ਦੇ ਵਿੱਚ ਪਾਏ ਜਾਣ। ਹਰ ਇੱਕ ਛੱਟੇ ਨਾਲ ਛਕਾਉਣ ਵਾਲੇ ਦੇ ਪਿੱਛੇ ਪਿੱਛੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜਾਈ ਜਾਵੇ। ਜੋ ਅੰਮ੍ਰਿਤ ਬਾਕੀ ਰਹੇ ਉਸ ਨੂੰ ਸਾਰੇ ਅੰਮ੍ਰਿਤ ਛਕਣ ਵਾਲੇ ਸਿੱਖ ਤੇ ਸਿੱਖਣੀਆਂ ਰਲ ਕੇ ਛਕਣ। ਫਿਰ ਸਾਰਿਆਂ ਨੂੰ ਐਵੇਂ ਕਤਾਰ ਦੇ ਵਿੱਚ ਇਕੱਠਾ ਕਰ ਲਿਆ ਜਾਂਦਾ, ਖੜੇ ਕਰ ਲਿਆ ਜਾਂਦਾ ਹੈ ਤੇ ਜਿੰਨਿਆਂ ਨੇ ਅੰਮ੍ਰਿਤ ਛਕਿਆ ਹੁੰਦਾ ਹੈ ਇੱਕੋ ਬਾਟੇ ਦੇ ਵਿੱਚੋਂ ਸਾਰਿਆਂ ਦਾ ਮੂੰਹ ਲਗਾ ਕੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਉੱਥੇ ਕੀ ਹੈ, ਸਾਡੀ ਛੂਤ ਛਾਤ ਊਚ ਨੀਚ ਜਾਤ ਪਾਤ ਦੇ ਵਿਤਕਰੇ, ਗਰੀਬੀ ਅਮੀਰੀ ਦੇ ਵਿਤਕਰੇ ਜਿਹੜੇ ਨੇ ਉਹ ਸਾਰੇ ਦੇ ਸਾਰੇ ਖਤਮ ਹੋ ਜਾਂਦੇ ਨੇ। ਉਦੋਂ ਸਾਡਾ ਜਨਮ ਜਿਹੜਾ ਗੁਰੂ ਸਾਹਿਬ ਜੀ ਦੇ ਘਰ ਵਿੱਚ ਹੋ ਗਿਆ। ਜਿੱਦਾਂ ਗੁਰੂ ਨੂੰ ਸਾਰੇ ਪਿਆਰੇ ਨੇ ਨਾ, ਜਿੱਦਾਂ ਗੁਰੂ ਸਭਨਾਂ ਦੇ ਨਾਲ ਪਿਆਰ ਕਰਦਾ ਇੱਕੋ ਜਿਹਾ, ਉਸ ਵੇਲੇ ਉਹ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਉਪਰੰਤ ਪੰਜ ਪਿਆਰੇ ਰਲ ਕੇ ਇੱਕੋ ਆਵਾਜ਼ ਨਾਲ ਅੰਮ੍ਰਿਤ ਛਕਣ ਵਾਲਿਆਂ ਨੂੰ ਵਾਹਿਗੁਰੂ ਦਾ ਨਾਮ ਦੱਸ ਕੇ ਮੂਲ ਮੰਤਰ ਸੁਣਾਉਣ ਤੇ ਉਹਨਾਂ ਪਾਸੋਂ ਇਸ ਦਾ ਰਟਨ ਕਰਵਾਉਣ। ਫਿਰ ਕਰਾਇਆ ਜਾਂਦਾ ਰਟਨ ਸਾਰਾ ਕਿਹੜੀ ਬਾਣੀ ਦਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ
ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਇਹਦਾ 5 ਵਾਰੀ ਜਾਪ ਕਰਾਇਆ ਜਾਂਦਾ ਹੈ। ਵਾਹਿਗੁਰੂ ਦਾ ਜਾਪ 5 ਵਾਰੀ ਕਰਾਇਆ ਜਾਂਦਾ ਹੈ। ਤੇ ਉਸ ਵੇਲੇ ਜਿਹੜੀ ਅੰਮ੍ਰਿਤ ਦੀ ਮਰਿਆਦਾ ਹੈ ਉਹ ਸਾਰਾ ਕੁਝ ਸਮਝਾ ਕੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਉਹਨਾਂ ਨੂੰ ਪ੍ਰਵੇਸ਼ ਕਰ ਲਿਆ ਜਾਂਦਾ ਹੈ। ਅਗਲੀ ਜਿਹੜੀ ਵਿਚਾਰ ਹੈ ਉਹ ਕੱਲ ਦੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਆਪਾਂ ਸਾਰੀ ਸੰਪੂਰਨਤਾ ਕਰਨ ਦੀ। ਰਹਿਤ ਮਰਿਆਦਾ ਦੀ ਸੰਪੂਰਨਤਾ ਜਿਹੜੀ ਹੈ ਉਹ ਕੋਸ਼ਿਸ਼ ਕਰਾਂਗੇ ਕੱਲ ਹੋ ਜਾਏ। ਤੇ ਫਿਰ ਪਰਸੋਂ ਤੋਂ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆ ਰਿਹਾ ਹੈ ਤੇ ਉਹ ਜੀਵਨ ਇਤਿਹਾਸ ਜਿਹੜਾ ਨਾਲ ਦੀ ਨਾਲ ਆਰੰਭ ਕਰਾਂਗੇ। ਵੇਖੋ ਕਿੰਨੀ ਰੱਬ ਗੁਰੂ ਜੀ ਨੇ ਵਿਉਂਤ ਬਣਾਈ ਹੈ। ਪਹਿਲਾਂ ਰਹਿਤ ਮਰਿਆਦਾ ਤੇ ਉਹਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਪੁਰਬ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੀਵਨ ਜਿਹੜਾ ਉਹ ਵਿਚਾਰ ਸਕੀਏ। ਕਿਵੇਂ ਕਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਕੱਤਰ ਕੀਤੀ ਗਈ, ਕਿਵੇਂ ਕਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਰੀ ਬਾਣੀ ਨੂੰ ਕਲਮਬੰਦ ਕਰਾਇਆ, ਇੱਕ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਣਾਏ। ਇਹ ਸਾਰਾ ਕੁਝ ਆਪਾਂ ਕੋਸ਼ਿਸ਼ ਕਰਾਂਗੇ ਪਰਸੋਂ ਦੀ ਦੀਵਾਨਾਂ ਤੋਂ ਆਰੰਭ ਕਰੀਏ। ਹੋਈਆਂ ਬੇਅੰਤ ਭੁੱਲਾਂ ਤੋਂ ਖਿਮਾ ਬਖਸ਼ਣੀ ਜੀ। ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ।